ਹੈਲੋ ਦੋਸਤੋ, ਹਿੰਮਤ ਫਿਲਮਾਂ ਵਿੱਚ ਤੁਹਾਡਾ ਸਵਾਗਤ ਹੈ। ਅੱਜ ਮੈਂ 2014 ਦੀ ਇੱਕ ਕੋਰੀਅਨ ਐਕਸ਼ਨ ਫਿਲਮ ਨੂੰ ਰੀਕੈਪ ਕਰਨ ਜਾ ਰਹੀ ਹਾਂ, ਜਿਸ ਦਾ ਨਾਮ ਫਾਰ ਦ ਐਮਪਰਰ ਹੈ। ਇਹ ਫਿਲਮ ਇੱਕ ਸਾਬਕਾ ਪੇਸ਼ੇਵਰ ਬੇਸਬਾਲ ਖਿਡਾਰੀ ਬਾਰੇ ਹੈ, ਜੋ ਹੁਣ ਇੱਕ ਮਾਫੀਆ ਬੌਸ ਦੀ ਮਲਕੀਅਤ ਵਾਲੀ ਇੱਕ ਵੱਡੀ ਲੋਨ ਕੰਪਨੀ ਲਈ ਕਰਜ਼ਾ ਇਕੱਠਾ ਕਰਨ ਵਾਲੇ ਵਜੋਂ ਕੰਮ ਕਰ ਰਿਹਾ ਹੈ। ਮਾਫੀਆ ਲਈ ਕੰਮ ਕਰਨਾ ਜੋਖਮ ਭਰਿਆ ਅਤੇ ਤਣਾਅਪੂਰਨ ਹੋ ਸਕਦਾ ਹੈ, ਪਰ ਉਹ ਆਪਣੇ ਨਵੇਂ ਕੰਮ ਵਾਲੀ ਥਾਂ ਤੇ ਇੱਕ ਸੁੰਦਰ ਔਰਤ ਨੂੰ ਮਿਲਦਾ ਹੈ ਅਤੇ ਉਸ ਦੇ ਮਨਸੂਬਿਆਂ ਵਿੱਚ ਆ ਜਾਂਦਾ ਹੈ। ਇੱਕ ਦਿਨ ਉਹ ਕੁੜੀ ਅਚਾਨਕ ਅਲੋਪ ਹੋ ਜਾਂਦਾ ਹੈ। ਉਸ ਨੂੰ ਸ਼ੱਕ ਹੈ ਕਿ ਉਸ ਦੇ ਬੌਸ ਦਾ ਉਸ ਦੇ ਲਾਪਤਾ ਹੋਣ ਨਾਲ ਕੁਝ ਲੈਣਾ ਦੇਣਾ ਸੀ। ਕੀ ਉਹ ਉਸ ਔਰਤ ਨੂੰ ਲੱਭਣ ਵਿੱਚ ਸਫਲ ਹੋ ਜਾਵੇਗਾ? ਕੀ ਉਸ ਦੇ ਬੌਸ ਦਾ ਉਸ ਦੇ ਲਾਪਤਾ ਹੋਣ ਨਾਲ ਕੋਈ ਲੈਣਾ ਦੇਣਾ ਸੀ? ਆਓ ਪਤਾ ਕਰੀਏ। ਇਹ ਹੈਵਾਨ ਇੱਕ ਮਹਾਨ ਬੇਸਬਾਲ ਖਿਡਾਰੀ ਹੈ। ਉਹ ਇੰਨਾ ਮਸ਼ਹੂਰ ਹੈ ਕਿ ਉਸ ਦੀ ਖਬਰ ਅਕਸਰ ਅਖਬਾਰਾਂ ਵਿੱਚ ਛਪਦੀ ਹੈ। ਪਰ ਆਪਣੇ ਪਿਛਲੇ ਮੈਚਾਂ ਵਿੱਚ ਉਸਨੇ ਬਹੁਤ ਸਾਰੀਆਂ ਗਲਤੀਆਂ ਕੀਤੀਆਂ, ਜਿਸ ਕਾਰਨ ਉਸ ਦੀ ਟੀਮ ਨੂੰ ਵੱਡੀ ਲੀਡ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਟੀਮ ਦੂਜੇ ਡਿਵੀਜ਼ਨ ਵਿੱਚ ਚਲੀ ਗਈ। ਉਸ ਦੇ ਸਾਥੀ, ਕੋਚ ਅਤੇ ਪ੍ਰਸ਼ੰਸਕ ਉਸ ਤੋਂ ਬਹੁਤ ਨਿਰਾਸ਼ ਸਨ। ਜ਼ਾਹਰਾ ਤੌਰ ਤੇ, ਹਵਾਨ ਵੱਡੀ ਰਕਮ ਹਾਸਲ ਕਰਨ ਲਈ ਜਾਣਬੁੱਝ ਕੇ ਬੁਰਾ ਖੇਡਿਆ। ਉਸ ਦਾ ਕੋਚ ਹੀ ਸੀ ਜਿਸ ਨੇ ਉਸ ਨੂੰ ਮੈਚ ਫਿਕਸਿੰਗ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਅਫਸੋਸ ਦੀ ਗੱਲ ਹੈ ਕਿ ਉਸ ਦੇ ਕੋਚ ਨੇ ਉਸ ਨੂੰ ਥੋੜੇ ਜਿਹੇ ਪੈਸੇ ਦਿੱਤੇ। ਬੇਸ਼ੱਕ ਹਵਾਨ ਇਸ ਤੋਂ ਸੰਤੁਸ਼ਟ ਨਹੀਂ ਸੀ। ਅਚਾਨਕ ਉਸ ਥਾਂ ਤੇ ਕਈ ਪੁਲਿਸ ਵਾਲਿਆਂ ਨੇ ਛਾਪਾ ਮਾਰਿਆ। ਉਸ ਥਾਂ ਤੋਂ ਹਰ ਕਿਸੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਜੇਲ੍ਹ ਭੇਜ ਦਿੱਤਾ ਗਿਆ। ਹਵਾਨ ਦਾ ਕਰੀਅਰ ਪੂਰੀ ਤਰ੍ਹਾਂ ਖਤਮ ਹੋ ਗਿਆ ਸੀ। ਸਾਰਿਆਂ ਨੇ ਉਸ ਦਾ ਮਜ਼ਾਕ ਉਡਾਇਆ। ਕੁਝ ਦਿਨਾਂ ਬਾਅਦ ਉਸ ਨੂੰ ਅਚਾਨਕ ਇੱਕ ਵਕੀਲ ਦੁਆਰਾ ਰਿਹਾ ਕਰ ਦਿੱਤਾ ਗਿਆ, ਜਿਸ ਨੂੰ ਉਹ ਜਾਣਦਾ ਵੀ ਨਹੀਂ ਸੀ। ਹਵਾਨ ਨੇ ਬਹੁਤਾ ਕੁਝ ਨਹੀਂ ਪੁੱਛਿਆ। ਉਹ ਸਿਰਫ ਜੇਲ੍ਹ ਛੱਡ ਕੇ ਆਪਣੇ ਪੈਸੇ ਵਾਪਸ ਲੈਣ ਲਈ ਸੱਟੇਬਾਜ਼ ਦੇ ਮੁੱਖ ਦਫ਼ਤਰ ਚਲਾ ਗਿਆ। ਪਤਾ ਚੱਲਿਆ ਕਿ ਇੱਕ ਆਦਮੀ ਸੀ ਜਿਸ ਨੂੰ ਮਾਫੀਆ ਦੇ ਇੱਕ ਸਮੂਹ ਦੁਆਰਾ ਕੁੱਟਿਆ ਜਾ ਰਿਹਾ ਸੀ, ਕਿਉਂਕਿ ਉਹ ਆਪਣਾ ਕਰਜ਼ਾ ਅਦਾ ਨਹੀਂ ਕਰ ਸਕਦਾ ਸੀ। ਇਹਨਾਂ ਦੇ ਨੇਤਾ ਦਾ ਨਾਂ ਕਿਉਂਗ ਸੂ ਹੈ। ਹਵਾਨ ਦੀ ਦਖਲਅੰਦਾਜ਼ੀ ਨੇ ਕਿਉਂਗ ਸੂ ਨੂੰ ਗੁੱਸੇ ਕਰ ਦਿੱਤਾ ਅਤੇ ਉਹ ਉਸ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ। ਪਰ ਹਵਾਨ ਉਸ ਨੂੰ ਅਤੇ ਉਸ ਦੇ ਆਦਮੀਆਂ ਨੂੰ ਇਕੱਲੇ ਹਰਾਉਣ ਲਈ ਕਾਫੀ ਮਜ਼ਬੂਤ ਹੈ। ਅਗਲੇ ਦਿਨ ਹਵਾਨ ਨੂੰ ਪਤਾ ਲੱਗਾ ਕਿ ਕਿਉਂਗ ਸੂ ਹੀ ਉਹ ਸੀ ਜਿਸ ਨੇ ਜੇਲ੍ਹ ਤੋਂ ਬਾਹਰ ਨਿਕਲਣ ਵਿੱਚ ਉਸ ਦੀ ਮਦਦ ਕੀਤੀ ਸੀ। ਉਸਨੇ ਕਿਉਂਗ ਸੂ ਤੋਂ ਉਸ ਨੂੰ ਕੁੱਟਣ ਲਈ ਮੁਆਫੀ ਮੰਗੀ। ਕਿਉਂਗ ਸੂ ਉਸ ਨੂੰ ਮਾਫ ਕਰਨਾ ਚਾਹੁੰਦਾ ਸੀ, ਪਰ ਹਵਾਨ ਨੂੰ ਉਸ ਨੂੰ ਕੁੱਟਣ ਦਾ ਮੁਆਵਜ਼ਾ ਦੇਣਾ ਪਿਆ। ਬੇਸ਼ੱਕ ਹਵਾਨ ਕੋਲ ਇੰਨੇ ਪੈਸੇ ਨਹੀਂ ਸਨ। ਜਦੋਂ ਹਵਾਨ ਕਮਰੇ ਤੋਂ ਬਾਹਰ ਨਿਕਲਿਆ ਤਾਂ ਉਹ ਇੱਕ ਵੱਡੇ ਮਾਫੀਆ ਬੌਸ ਸੰਗ ਹਾ ਦੇ ਕੋਲੋਂ ਲੰਘ ਗਿਆ, ਜੋ ਸਮਰਾਟ ਕੈਪੀਟਲ ਨਾਮ ਦੀ ਇੱਕ ਵੱਡੀ ਲੋਨ ਕੰਪਨੀ ਦਾ ਮਾਲਕ ਹੈ। ਸੰਗ ਹਾ ਹਵਾਨ ਨੂੰ ਜਾਣਦਾ ਸੀ, ਭਾਵੇਂ ਕਿ ਹਵਾਨ ਅਜੇ ਉਸ ਨੂੰ ਨਹੀਂ ਜਾਣਦਾ ਸੀ। ਇਹ ਇਸ ਲਈ ਹੈ ਕਿਉਂਕਿ ਉਹ ਸੀ ਜਿਸ ਨੇ ਕਿਉਂਗ ਸੂ ਨੂੰ ਉਸ ਨੂੰ ਜੇਲ੍ਹ ਤੋਂ ਰਿਹਾ ਕਰਨ ਦਾ ਆਦੇਸ਼ ਦਿੱਤਾ ਸੀ। ਹਵਾਨ, ਜਿਸ ਕੋਲ ਕੁਝ ਨਹੀਂ ਸੀ, ਨੇ ਬੇਸਬਾਲ ਸਟੇਡੀਅਮ ਵਿੱਚ ਸੌਣ ਦਾ ਫੈਸਲਾ ਕੀਤਾ। ਜਦੋਂ ਉਹ ਸੌ ਰਿਹਾ ਸੀ, ਸੰਗ ਹਾ ਦੇ ਆਦਮੀ ਉਸ ਨੂੰ ਲੈਣ ਲਈ ਆਏ। ਸੰਗ ਹਾ ਉਸ ਨਾਲ ਗੱਲ ਕਰਨਾ ਚਾਹੁੰਦਾ ਸੀ ਅਤੇ ਉਹਨੂੰ ਕਰਜ਼ਾ ਕਲੈਕਟਰ ਵਜੋਂ ਕੰਮ ਕਰਨ ਦਾ ਮੌਕਾ ਪੇਸ਼ ਕਰਨਾ ਚਾਹੁੰਦਾ ਸੀ। ਹਵਾਨ ਨੇ ਤੁਰੰਤ ਇਸ ਪ੍ਰਸਤਾਵ ਨੂੰ ਸਵੀਕਾਰ ਨਹੀਂ ਕੀਤਾ, ਪਰ ਸੰਗ ਹਾ ਨੇ ਉਸ ਨੂੰ ਯਾਦ ਦਿਵਾਇਆ ਕਿ ਉਸ ਨੂੰ ਕਿਉਂਗ ਸੂ ਨੂੰ ਕੁੱਟਣ ਲਈ ਮੁਆਵਜ਼ਾ ਦੇਣਾ ਪਿਆ। ਹਵਾਨ ਕੋਲ ਕੋਈ ਚਾਰਾ ਨਹੀਂ ਸੀ। ਹਵਾਨ ਦਾ ਪਹਿਲਾ ਕੰਮ ਰਾਕਫਿਸ਼ ਨਾਂ ਦੇ ਸਾਬਕਾ ਗੈਂਗਸਟਰ ਤੋਂ ਕਰਜ਼ਾ ਇਕੱਠਾ ਕਰਨਾ ਸੀ, ਜੋ ਮੱਛੀ ਵੇਚਣ ਦਾ ਕੰਮ ਕਰਦਾ ਸੀ। ਕਿਉਂਕਿ ਉਹ ਦਿਨ ਹਵਾਨ ਦਾ ਕੰਮ ਤੇ ਪਹਿਲਾ ਦਿਨ ਸੀ, ਕਿਉਂਗ ਸੂ ਨੇ ਹੰਕਾਰ ਨਾਲ ਹਵਾਨ ਨੂੰ ਕਿਹਾ ਕਿ ਉਹ ਉਸ ਨੂੰ ਕਰਜ਼ਾ ਇਕੱਠਾ ਕਰਦੇ ਹੋਏ ਧਿਆਨ ਨਾਲ ਦੇਖੇ। ਦੇਖੋ ਕਿ ਇਹ ਕਿਵੇਂ ਫਾਇਦੇਮੰਦ ਹੈ, ਉਸਨੇ ਕਿਹਾ। ਅਫਸੋਸ ਦੀ ਗੱਲ ਹੈ ਕਿ ਭਾਵੇਂ ਉਹ ਤਿੰਨ ਸਨ, ਉਹ ਰਾਕਫਿਸ਼ ਤੋਂ ਕਰਜ਼ਾ ਇਕੱਠਾ ਕਰਨ ਦੇ ਯੋਗ ਨਹੀਂ ਸਨ। ਰਾਕਫਿਸ਼ ਉਹਨਾਂ ਲਈ ਬਹੁਤ ਮਜ਼ਬੂਤ ਸੀ। ਹਵਾਨ ਦੇ ਸੀਨੀਅਰ ਭੱਜ ਗਏ ਜਦੋਂ ਕਿ ਕਿਉਂਗ ਸੂ ਨੂੰ ਕੁੱਟਿਆ ਗਿਆ। ਹਵਾਨ ਨੇ ਅੰਤ ਵਿੱਚ ਦਖਲ ਦਿੱਤਾ। ਭਾਵੇਂ ਰਾਕਫਿਸ਼ ਉਸ ਤੋਂ ਬਹੁਤ ਵੱਡਾ ਸੀ, ਫਿਰ ਵੀ ਉਹ ਰਾਕਫਿਸ਼ ਨੂੰ ਹਰਾਉਣ ਅਤੇ ਆਪਣਾ ਕਰਜ਼ਾ ਇਕੱਠਾ ਕਰਨ ਵਿੱਚ ਕਾਮਯਾਬ ਰਿਹਾ। ਸਫਲਤਾਪੂਰਵਕ ਕਰਜ਼ਾ ਇਕੱਠਾ ਕਰਨ ਤੋਂ ਬਾਅਦ ਉਹ ਸੰਗ ਹਾ ਕੋਲ ਵਾਪਸ ਆ ਗਿਆ। ਇਨਾਮ ਵਜੋਂ ਸੰਗ ਹਾ ਨੇ ਹਵਾਨ ਨੂੰ ਕੁਝ ਪੈਸੇ ਦਿੱਤੇ। ਅਚਾਨਕ ਹਵਾਨ ਨੇ ਪੈਸੇ ਵਾਪਸ ਕਰ ਦਿੱਤੇ, ਕਿਉਂਕਿ ਉਹ ਕਿਉਂਗ ਸੂ ਨੂੰ ਕੁੱਟਣ ਲਈ ਆਪਣੇ ਮੁਆਵਜ਼ੇ ਦਾ ਭੁਗਤਾਨ ਕਰਨਾ ਚਾਹੁੰਦਾ ਸੀ ਅਤੇ ਹੁਣ ਸੰਗ ਹਾ ਨਾਲ ਸੌਦਾ ਨਹੀਂ ਕਰਨਾ ਚਾਹੁੰਦਾ ਸੀ। ਪਰ ਸੰਗ ਹਾ ਨੇ ਉਸ ਨੂੰ ਯਾਦ ਦਿਵਾਇਆ ਕਿ ਇੱਕ ਪੇਸ਼ੇਵਰ ਬੇਸਬਾਲ ਖਿਡਾਰੀ ਵਜੋਂ ਉਸ ਦਾ ਕਰੀਅਰ ਬਰਬਾਦ ਹੋ ਗਿਆ ਹੈ ਅਤੇ ਉਹ ਉਸ ਨੂੰ ਬਹੁਤ ਸਾਰਾ ਪੈਸਾ ਦੇ ਸਕਦਾ ਹੈ। ਹਵਾਨ ਨੇ ਆਖਰਕਾਰ ਸੰਗ ਹਾ ਦੇ ਵਿੰਗ ਅਧੀਨ ਕੰਮ ਕਰਨਾ ਜਾਰੀ ਰੱਖਣ ਦਾ ਫੈਸਲਾ ਕੀਤਾ। ਇੱਕ ਨਵੇਂ ਮੈਂਬਰ ਵਜੋਂ ਹਵਾਨ ਦੇ ਦਾਖਲੇ ਦੇ ਜਸ਼ਨ ਵਜੋਂ ਸੰਗ ਹਾ ਨੇ ਹਵਾਨ ਨੂੰ ਇੱਕ ਬਾਰ ਵਿੱਚ ਪੀਣ ਲਈ ਸੱਦਾ ਦਿੱਤਾ। ਉਸ ਜਗ੍ਹਾ ਉਸ ਦੀ ਮੁਲਾਕਾਤ ਇੱਕ ਸੁੰਦਰ ਕੁੜੀ ਨਾਲ ਹੋਈ, ਇੱਕ ਵੇਸਵਾ ਜੋ ਹਵਾਨ ਦੇ ਮਾਫੀਆ ਦੇ ਵੱਡੇ ਆਕਾਵਾਂ ਲਈ ਕੰਮ ਕਰਦੀ ਹੈ। ਉਸ ਦੀ ਸੁੰਦਰਤਾ ਨੇ ਹਵਾਨ ਨੂੰ ਪੂਰੀ ਤਰ੍ਹਾਂ ਉਸ ਦੇ ਅਧੀਨ ਕਰ ਦਿੱਤਾ। ਹਵਾਨ ਨੇ ਕਰਜ਼ੇ ਦਾ ਕਲੈਕਟਰ ਹੋਣ ਦੇ ਆਪਣੇ ਪਹਿਲੇ ਦਿਨਾਂ ਦਾ ਆਨੰਦ ਮਾਣਿਆ।
ਉਸ ਨੂੰ ਅਨੁਕੂਲ ਬਣਾਉਣ ਵਿੱਚ ਕੋਈ ਮੁਸ਼ਕਲ ਨਹੀਂ ਸੀ ਕਿਉਂਕਿ ਕਿਉਂਗ ਸੂ ਨੇ ਉਸ ਨੂੰ ਇੱਕ ਚੰਗਾ ਕਰਜ਼ਾ ਕਲੈਕਟਰ ਕਿਵੇਂ ਬਣਨਾ ਹੈ ਬਾਰੇ ਸਲਾਹ ਦਿੱਤੀ ਸੀ। ਸੰਗ ਹਾ ਨੇ ਉਸ ਨੂੰ ਇੱਕ ਮਰਸੀਡੀਜ਼ ਬੈਂਜ਼ ਅਤੇ ਹੋਰ ਲਗਜ਼ਰੀ ਚੀਜ਼ਾਂ ਵੀ ਦਿੱਤੀਆਂ ਤਾਂ ਜੋ ਉਹ ਨੇਕ ਆਦਮੀ ਦਿਖ ਸਕੇ। ਇੱਕ ਰਾਤ ਜੋ ਹਵਾਨ ਕੋਲ ਆਈ, ਚਾ ਨੇ ਉਸ ਕੋਲ ਜਾ ਕੇ ਪੁੱਛਿਆ ਕਿ ਕੀ ਉਸ ਕੋਲ ਇਕੱਠੇ ਬਾਹਰ ਜਾਣ ਦਾ ਸਮਾਂ ਹੈ। ਬਿੰਗੋ, ਬੇਸ਼ੱਕ ਹਵਾਨ ਇਸ ਮੌਕੇ ਨੂੰ ਬਰਬਾਦ ਨਹੀਂ ਕਰਨਾ ਚਾਹੁੰਦਾ ਸੀ। ਅਗਲੇ ਦਿਨ ਉਹ ਨਦੀ ਦੇ ਕਿਨਾਰੇ ਸੈਰ ਕਰਨ ਗਏ। ਹਵਾਨ ਨੇ ਉਸ ਨਾਲ ਮਿਲ ਕੇ ਆਪਣੇ ਸਮੇਂ ਦਾ ਸੱਚਮੁੱਚ ਆਨੰਦ ਮਾਣਿਆ। ਹਾਲਾਂਕਿ ਕੁਝ ਅਣਸੁਖਾਵਾਂ ਵਾਪਰਿਆ। ਇੱਕ ਬਜ਼ੁਰਗ ਅਚਾਨਕ ਚਾ ਦੇ ਕੋਲ ਆਇਆ ਅਤੇ ਉਸ ਨੂੰ ਅਣਉਚਿਤ ਸ਼ਬਦਾਂ ਨਾਲ ਛੇੜਨਾ ਸ਼ੁਰੂ ਕਰ ਦਿੱਤਾ। ਹਵਨ ਇਸ ਤੋਂ ਖੁਸ਼ ਨਹੀਂ ਸੀ। ਉਸ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਉਸ ਬਜ਼ੁਰਗ ਦਾ ਗਲਾ ਘੁੱਟ ਦਿੱਤਾ। ਚਾ ਤੁਰੰਤ ਉਹਨਾਂ ਨੂੰ ਵੱਖ ਕਰਦੀ ਹੈ। ਅਜਿਹਾ ਲੱਗਦਾ ਹੈ ਕਿ ਇਸ ਘਟਨਾ ਨੇ ਉਹਨਾਂ ਦੇ ਦਿਨ ਨੂੰ ਅਸਲ ਵਿੱਚ ਪ੍ਰਭਾਵਿਤ ਨਹੀਂ ਕੀਤਾ ਕਿਉਂਕਿ ਉਹ ਇਸ ਤੋਂ ਬਾਅਦ ਵੀ ਖੁਸ਼ ਨਜ਼ਰ ਆਉਂਦੇ ਹਨ। ਦਿਨ ਭਰ ਸੈਰ ਕਰਨ ਦੇ ਥਕਾਵਟ ਤੋਂ ਬਾਅਦ ਹਵਾਨ ਨੇ ਉਸ ਨੂੰ ਉਸਦੇ ਅਪਾਰਟਮੈਂਟ ਵਿੱਚ ਵਾਪਸ ਭੇਜ ਦਿੱਤਾ। ਉੱਥੇ ਉਹਨਾਂ ਨੇ ਪਹਿਲੀ ਵਾਰ ਸੈਕਸ ਕੀਤਾ। ਇੱਕ ਦਿਨ ਸੰਗ ਹਾ ਨੇ ਹਵਾਨ ਨੂੰ ਆਪਣੇ ਦੋਸਤ ਹਾਨ ਨੂੰ ਮਿਲਣ ਲਈ ਸੱਦਾ ਦਿੱਤਾ, ਜੋ ਇੱਕ ਵੱਡਾ ਮਾਫੀਆ ਬੌਸ ਵੀ ਹੈ। ਉਹ ਹਾਨ ਦੀ ਬਹੁਤ ਇੱਜ਼ਤ ਕਰਦਾ ਸੀ। ਇਹ ਪਤਾ ਚੱਲਦਾ ਹੈ ਕਿ ਹਾਨ ਉਹ ਆਦਮੀ ਸੀ ਜਿਸ ਦਾ ਹਵਾਨ ਨੇ ਗਲਾ ਕੱਟਿਆ ਸੀ ਜਦੋਂ ਉਹ ਚਾ ਦੇ ਨਾਲ ਬਾਹਰ ਸੀ। ਹਵਾਨ ਨੇ ਤੁਰੰਤ ਉਸ ਨੂੰ ਸਲਾਮ ਕੀਤਾ ਕਿਉਂਕਿ ਹਵਾਨ ਬਹੁਤ ਘਬਰਾ ਗਿਆ ਸੀ। ਉਸ ਨੂੰ ਉਮੀਦ ਨਹੀਂ ਸੀ ਕਿ ਜਿਸ ਆਦਮੀ ਦਾ ਉਸਨੇ ਗਲਾ ਕੱਟਿਆ ਸੀ ਉਹ ਇੱਕ ਵੱਡਾ ਮਾਫੀਆ ਬੌਸ ਸੀ। ਜ਼ਾਹਰ ਤੌਰ ਤੇ ਹਾਨ ਅਤੇ ਸੰਗ ਹਾ ਇੱਕ ਵੱਡੀ ਇਮਾਰਤ ਬਣਾਉਣ ਦੀ ਆਪਣੀ ਯੋਜਨਾ ਤੇ ਚਰਚਾ ਕਰਨ ਲਈ ਮਿਲੇ ਸਨ ਜੋ ਉਹਨਾਂ ਦੇ ਨਵੇਂ ਦਫ਼ਤਰ ਵਜੋਂ ਵਰਤੀ ਜਾਵੇਗੀ। ਦੂਜੇ ਪਾਸੇ ਹਵਾਨ ਕਰਜ਼ਾ ਇਕੱਠਾ ਕਰਨ ਵਾਲੇ ਵਜੋਂ ਆਪਣਾ ਕੰਮ ਕਰਨ ਵਿੱਚ ਬਿਹਤਰ ਹੋ ਰਿਹਾ ਸੀ। ਉਹ ਹਮੇਸ਼ਾ ਬਿਨਾਂ ਕਿਸੇ ਸਮੱਸਿਆ ਦੇ ਆਪਣਾ ਕੰਮ ਪੂਰਾ ਕਰਨ ਵਿੱਚ ਕਾਮਯਾਬ ਰਿਹਾ। ਸੰਗ ਹਾ ਹਵਾਨ ਦੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਸੀ। ਇਸ ਦੌਰਾਨ ਹਵਾਨ ਵੀ ਅਕਸਰ ਚਾ ਨੂੰ ਡੇਟ ਕਰਦਾ ਸੀ। 3 ਸਾਲ ਬਾਅਦ ਦਫ਼ਤਰ ਦੀ ਉਸਾਰੀ ਮੁਕੰਮਲ ਹੋ ਗਈ। ਹਵਨ ਅਤੇ ਹੋਰ ਮੈਂਬਰਾਂ ਨੇ ਨਵੇਂ ਦਫ਼ਤਰ ਵਿਖੇ ਕੰਮ ਕੀਤਾ। ਸੰਗ ਹਾ ਨੇ ਹਵਨ ਨੂੰ ਆਪਣੇ ਕਮਰੇ ਵਿੱਚ ਆਉਣ ਲਈ ਬੁਲਾਇਆ। ਜ਼ਾਹਰ ਤੌਰ ਤੇ ਸੰਗ ਹਾ ਜਾਣਦਾ ਸੀ ਕਿ ਹਵਾਨ ਦਾ ਚਾ ਉਸ ਦੀ ਵੇਸਵਾ ਨਾਲ ਖਾਸ ਰਿਸ਼ਤਾ ਸੀ। ਉਹ ਨਹੀਂ ਚਾਹੁੰਦਾ ਕਿ ਹਵਾਨ ਦਾ ਧਿਆਨ ਉਸ ਤੋਂ ਭਟਕ ਜਾਵੇ, ਇਸ ਲਈ ਉਸਨੇ ਉਸ ਨੂੰ ਉਸ ਤੋਂ ਦੂਰ ਰਹਿਣ ਲਈ ਕਿਹਾ। ਸੰਗ ਹਾ ਦਾ ਮੰਨਣਾ ਸੀ ਕਿ ਰਿਸ਼ਤੇ ਕੰਮ ਵਿੱਚ ਪੇਸ਼ੇਵਰਤਾ ਵਿੱਚ ਦਖਲ ਦੇ ਸਕਦੇ ਹਨ। ਹਵਾਨ ਬਹੁਤ ਦੁਖੀ ਸੀ ਕਿਉਂਕਿ ਉਸਦੇ ਬੌਸ ਨੇ ਉਸ ਨੂੰ ਚਾ ਦੇ ਨੇੜੇ ਜਾਣ ਤੋਂ ਵਰਜਿਆ ਸੀ। ਉਸਨੇ ਕਰਜ਼ਾ ਇਕੱਠਾ ਕਰਨ ਦਾ ਆਪਣਾ ਫਰਜ਼ ਵੀ ਛੱਡ ਦਿੱਤਾ। ਉਸ ਦੇ ਸਾਥੀਆਂ ਨੇ ਇਸ ਦੀ ਸ਼ਿਕਾਇਤ ਸੰਗ ਹਾ ਨੂੰ ਕੀਤੀ। ਉਹ ਚਾਹੁੰਦੇ ਸਨ ਕਿ ਸੰਗ ਹਾ ਹਵਾਨ ਨੂੰ ਖਤਮ ਕਰ ਦੇਵੇ, ਪਰ ਸੰਗ ਹਾ ਅਜਿਹਾ ਨਹੀਂ ਕਰਨਾ ਚਾਹੁੰਦਾ ਸੀ। ਉਸਨੇ ਇਸ ਦੀ ਬਜਾਏ ਹਵਾਨ ਨੂੰ ਚੇਤਾਵਨੀ ਦੇਣ ਦਾ ਫੈਸਲਾ ਕੀਤਾ। ਉਸਨੇ ਅਸਲ ਵਿੱਚ ਅਧਿਕਾਰ, ਵਫਾਦਾਰੀ ਅਤੇ ਠੰਡੇ ਖੂਨ ਦੇ ਸੁਮੇਲ ਨਾਲ ਆਪਣੀ ਸੰਗਠਿਤ ਅਪਰਾਧ ਭੀੜ ਦੀ ਅਗਵਾਈ ਕੀਤੀ। ਭਾਵੇਂ ਸੰਗ ਹਾ ਨੇ ਪਹਿਲਾਂ ਹੀ ਹਵਾਨ ਨੂੰ ਚਾ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਸੀ, ਹਵਾਨ ਨੇ ਉਸ ਦੇ ਨੇੜੇ ਰਹਿਣ ਤੇ ਜ਼ੋਰ ਦਿੱਤਾ। ਇੱਕ ਦਿਨ ਚਾ ਰੋਂਦਾ ਹੋਇਆ ਘਰ ਆਈ। ਉਸ ਨੇ ਹਵਾਨ ਨੂੰ ਦੱਸਿਆ ਕਿ ਉਹ ਵੇਸਵਾ ਦਾ ਕੰਮ ਕਰਦੀ ਸੀ ਕਿਉਂਕਿ ਉਸ ਦਾ ਸੰਗ ਹੈਸ ਕੰਪਨੀ ਤੇ ਵੱਡਾ ਕਰਜ਼ਾ ਸੀ। ਇਹ ਜਾਣ ਕੇ ਉਹ ਅਗਲੇ ਦਿਨ ਸੰਗ ਹਾ ਨੂੰ ਮਿਲਿਆ ਅਤੇ ਉਸ ਨੂੰ ਕਿਹਾ ਕਿ ਉਹ ਚਾ ਦਾ ਕਰਜ਼ਾ ਅਦਾ ਕਰੇਗਾ। ਸੰਗ ਹਾ ਨੇ ਇਸ ਨੂੰ ਪ੍ਰਵਾਨਗੀ ਦਿੱਤੀ। ਦੂਜੇ ਪਾਸੇ ਹਾਨ ਅਤੇ ਸੰਗ ਹਸ ਕਾਰ ਤੇ ਅਪਰਾਧੀਆਂ ਦੇ ਇੱਕ ਗਰੋਹ ਨੇ ਹਮਲਾ ਕੀਤਾ। ਇਹ ਪਤਾ ਚੱਲਦਾ ਹੈ ਕਿ ਹਮਲੇ ਦੇ ਪਿੱਛੇ ਮਾਸਟਰਮਾਈਂਡ ਕਟਰ ਸੀ, ਕੋਰੀਆ ਵਿੱਚ ਇੱਕ ਡਰਦਾ ਮਾਫੀਆ ਜਿਸ ਨੂੰ ਸਾਲ ਪਹਿਲਾਂ ਸੰਗ ਹਾ ਦੁਆਰਾ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਸੀ। ਮਾਫੀਆ ਸੰਸਾਰ ਸੱਚਮੁੱਚ ਬੇਰਹਿਮ ਹੈ। ਉਹ ਇੱਕ ਦੂਜੇ ਨੂੰ ਜੇਲ੍ਹ ਵਿੱਚ ਸੁੱਟ ਸਕਦੇ ਹਨ ਕਿਉਂਕਿ ਉਹ ਹਰ ਚੀਜ਼ ਨੂੰ ਨਿਯੰਤਰਿਤ ਕਰ ਸਕਦੇ ਹਨ। ਦਰਅਸਲ ਸੰਗ ਹਾ ਨੂੰ ਪਹਿਲਾਂ ਹੀ ਪਤਾ ਸੀ ਕਿ ਕਟਰ ਜੇਲ੍ਹ ਤੋਂ ਰਿਹਾ ਹੋਣ ਵਾਲਾ ਹੈ, ਪਰ ਉਸ ਨੂੰ ਉਮੀਦ ਨਹੀਂ ਸੀ ਕਿ ਕਟਰ ਇੰਨੀ ਜਲਦੀ ਬਦਲਾ ਲਵੇਗਾ। ਖੁਸ਼ਕਿਸਮਤੀ ਨਾਲ ਸੰਗ ਹੈਸ ਦੇ ਬੰਦੇ ਤੁਰੰਤ ਉਸ ਨੂੰ ਬਚਾਉਣ ਲਈ ਆਏ, ਪਰ ਕਟਰ ਭੱਜਣ ਵਿੱਚ ਕਾਮਯਾਬ ਹੋ ਗਿਆ। ਅਗਲੇ ਦਿਨ ਸੰਗ ਹਾ ਚਾ ਦੇ ਅਪਾਰਟਮੈਂਟ ਵਿੱਚ ਆਇਆ ਅਤੇ ਉਸ ਨੂੰ ਹਵਾਨ ਤੋਂ ਦੂਰ ਰਹਿਣ ਲਈ ਕਿਹਾ। ਸੰਗ ਹਾ ਕੋਲ ਕੋਈ ਵਿਕਲਪ ਨਹੀਂ ਸੀ ਕਿਉਂਕਿ ਉਸ ਦੀ ਹਵਾਨ ਤੇ ਚੇਤਾਵਨੀ ਕੰਮ ਨਹੀਂ ਕਰਦੀ ਸੀ। ਚਾ ਨੂੰ ਡਰ ਸੀ ਕਿ ਜੇ ਉਹ ਹਵਾਨ ਦੇ ਨੇੜੇ ਰਹਿਣ ਤੇ ਜ਼ੋਰ ਦਿੰਦੀ ਹੈ ਤਾਂ ਉਹਨਾਂ ਦੀ ਸੁਰੱਖਿਆ ਖਤਰੇ ਵਿੱਚ ਹੋਵੇਗੀ। ਉਸਨੇ ਦੂਰ ਰਹਿਣ ਦਾ ਫੈਸਲਾ ਕੀਤਾ ਅਤੇ ਗਾਇਬ ਹੋ ਗਈ। ਇਹ ਮਹਿਸੂਸ ਕਰਦੇ ਹੋਏ ਕਿ ਚਾ ਲਾਪਤਾ ਹੈ, ਹਵਾਨ ਨੇ ਸੋਚਿਆ ਕਿ ਸੰਗ ਹਾ ਦਾ ਇਸ ਨਾਲ ਕੁਝ ਲੈਣਾ ਦੇਣਾ ਹੈ। ਸੰਗ ਹਾ ਨਾਲ ਉਸ ਦਾ ਰਿਸ਼ਤਾ ਵਿਗੜਦਾ ਜਾ ਰਿਹਾ ਹੈ। ਦੂਜੇ ਪਾਸੇ ਕਿਉਂਕਿ ਉਹ ਸੋਚਦੇ ਸਨ ਕਿ ਕਟਰ ਉਹਨਾਂ ਲਈ ਇੱਕ ਗੰਭੀਰ ਖਤਰਾ ਹੈ, ਉਹ ਉਸ ਦੇ ਹੈੱਡਕੁਆਰਟਰ ਤੇ ਹਮਲਾ ਕਰਕੇ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਸ ਛਾਪੇਮਾਰੀ ਵਿੱਚ ਗਰੋਹ ਦੀ ਅਗਵਾਈ ਹਵਾਨ ਕਰ ਰਿਹਾ ਸੀ। ਉਹ ਹੱਥਾਂ ਵਿੱਚ ਚਾਕੂ ਲੈ ਕੇ ਘਰ ਵਿੱਚ ਵੜ ਗਏ। ਬੇਸ਼ੱਕ ਉੱਥੇ ਲੋਕ ਸਨ ਜੋ ਸੁਰੱਖਿਆ ਕਰ ਰਹੇ ਸਨ, ਉਹ ਹੈਰਾਨ ਸਨ ਕਿ ਕੁਝ ਲੋਕ ਅਚਾਨਕ ਦਾਖਲ ਹੁੰਦੇ ਹਨ। ਲੜਾਈ ਅਟਲ ਸੀ। ਭਾਵੇਂ ਹਵਾਨ ਇਕੱਲਾ ਸੀ, ਉਹ ਉਹਨਾਂ ਨੂੰ ਕਿਸੇ ਵੀ ਸਮੇਂ ਵਿੱਚ ਹਰਾਉਣ ਦੇ ਯੋਗ ਸੀ। ਦੂਜੇ ਪਾਸੇ ਹੈੱਡਕੁਆਰਟਰ ਨੂੰ ਤੋੜਨ ਵਾਲੇ ਦੂਜੇ ਗੈਂਗਸਟਰ ਮੈਂਬਰ ਬਿਨਾਂ ਕਿਸੇ ਮੁਸ਼ਕਲ ਦੇ ਅੰਦਰ ਜਾਣ ਵਿੱਚ ਕਾਮਯਾਬ ਹੋ ਗਏ।
ਖੂਨ ਖਰਾਬਾ ਹੋ ਗਿਆ ਕਿਉਂਕਿ ਉਹਨਾਂ ਨੇ ਉਸ ਘਰ ਦੇ ਹਰ ਵਿਅਕਤੀ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਅਜਿਹਾ ਲੱਗਦਾ ਹੈ ਕਿ ਉਸ ਹੈੱਡਕੁਆਰਟਰ ਦੇ ਲੋਕ ਉਹਨਾਂ ਦੇ ਅਚਾਨਕ ਹਮਲੇ ਲਈ ਤਿਆਰ ਨਹੀਂ ਸਨ। ਬਦਕਿਸਮਤੀ ਨਾਲ ਭਾਵੇਂ ਉਹ ਸਾਰੇ ਪਰਿਵਾਰਕ ਮੈਂਬਰ ਨੂੰ ਮਾਰਨ ਵਿੱਚ ਕਾਮਯਾਬ ਰਹੇ, ਕਟਰ ਉੱਥੇ ਨਹੀਂ ਸੀ। ਕਟਰ ਜੋ ਭੱਜਣ ਵਿੱਚ ਕਾਮਯਾਬ ਹੋ ਗਿਆ, ਉਹ ਬਦਲਾ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਵਾਰ ਉਸਨੇ ਸਫਲਤਾਪੂਰਵਕ ਸੰਗ ਹਾ ਨੂੰ ਅਗਵਾ ਕਰ ਲਿਆ ਅਤੇ ਉਸਨੂੰ ਕਿਤੇ ਤਸੀਹੇ ਦਿੱਤੇ। ਕਿਉਂਗਸੂ, ਜਿਸ ਨੇ ਦੇਖਿਆ ਅਤੇ ਜਾਣਿਆ ਕਿ ਸੰਗ ਹਾ ਨੂੰ ਕਿੱਥੇ ਅਗਵਾ ਕੀਤਾ ਗਿਆ ਸੀ, ਨੇ ਤੁਰੰਤ ਹਵਾਨ ਨੂੰ ਬੁਲਾਇਆ। ਉਸਨੇ ਹਵਾਨ ਨੂੰ ਦੱਸਿਆ ਕਿ ਸੰਗ ਕਿੱਥੇ ਸੀ। ਹਵਾਨ ਆਪਣੇ ਬੌਸ ਨੂੰ ਬਚਾਉਣ ਲਈ ਉਸ ਸਥਾਨ ਤੇ ਪਹੁੰਚ ਗਿਆ। ਕਟਰ, ਜੋ ਹਵਾਨ ਨਾਲੋਂ ਮਜ਼ਬੂਤ ਅਤੇ ਵੱਡਾ ਸੀ, ਹਵਾਨ ਲਈ ਕੋਈ ਆਸਾਨ ਵਿਰੋਧੀ ਨਹੀਂ ਸੀ। ਹਵਾਨ ਨੂੰ ਕਈ ਵਾਰ ਕੁੱਟਿਆ ਗਿਆ ਸੀ, ਪਰ ਹਵਾਨ ਨੇ ਹਾਰ ਨਹੀਂ ਮੰਨੀ ਅਤੇ ਆਖਰਕਾਰ ਉਸ ਨੂੰ ਹਰਾਉਣ ਦਾ ਤਰੀਕਾ ਲੱਭ ਲਿਆ। ਇੰਨਾ ਹੀ ਨਹੀਂ, ਉਸਨੇ ਕਟਰ ਨੂੰ ਜ਼ਿੰਦਾ ਦਫਨ ਵੀ ਕਰ ਦਿੱਤਾ ਕਿਉਂਕਿ ਉਹ ਬਹੁਤ ਗੁੱਸੇ 'ਚ ਸੀ। ਫਿਲਮ ਦੇ ਅੰਤ ਵਿੱਚ ਸੰਗ ਹਾ ਅਤੇ ਹਵਾਨ ਇੱਕ ਥਕਾ ਦੇਣ ਵਾਲੀ ਲੜਾਈ ਤੋਂ ਬਾਅਦ ਆਰਾਮ ਕਰ ਰਹੇ ਸਨ। ਇਸ ਮੌਕੇ ਸੰਗ ਹਾ ਨੇ ਉਸਨੂੰ ਦੱਸਿਆ ਕਿ ਉਸਨੇ ਅਤੇ ਉਸਦੇ ਆਦਮੀਆਂ ਨੇ ਇੱਕ ਵਾਰ ਕਿਤੇ ਕਰਜ਼ਾ ਇਕੱਠਾ ਕੀਤਾ ਸੀ। ਉਸ ਦਿਨ ਉਸਨੇ ਇੱਕ ਬਹਾਦਰ ਛੋਟੇ ਬੱਚੇ ਨੂੰ ਦੇਖਿਆ ਸੀ ਜਿਸ ਨੇ ਆਪਣੇ ਆਦਮੀਆਂ ਨਾਲ ਇਕੱਲੇ ਲੜਨ ਦੀ ਹਿੰਮਤ ਕੀਤੀ ਭਾਵੇਂ ਉਸਦੇ ਆਦਮੀਆਂ ਨੇ ਉਸ ਬੱਚੇ ਨੂੰ ਹਰਾਇਆ। ਬੱਚੇ ਲਈ ਤਰਸ ਖਾ ਕੇ ਉਸਨੇ ਆਪਣੇ ਆਦਮੀਆਂ ਨੂੰ ਰੁਕਣ ਦਾ ਆਦੇਸ਼ ਦਿੱਤਾ ਅਤੇ ਫਿਰ ਉਸ ਲੜਕੇ ਦਾ ਬੇਸਬਾਲ ਵਾਪਸ ਕਰ ਦਿੱਤੀ। ਇਹ ਪਤਾ ਚੱਲਦਾ ਹੈ ਕਿ ਗੇਂਦ ਉੱਤੇ ਹਵਾਨ ਨਾਮ ਸੀ। ਉਸ ਦਿਨ ਸੰਗ ਹਾ ਨੇ ਉਸ ਲੜਕੇ ਨੂੰ ਵੱਡਾ ਹੋਣ ਤੇ ਭਰਤੀ ਕਰਨ ਦੀ ਯੋਜਨਾ ਬਣਾਈ ਸੀ। ਸਬਸਕ੍ਰਾਈਬ ਕਰਨਾ ਯਕੀਨੀ ਬਣਾਓ ਅਤੇ ਸੂਚਨਾਵਾਂ ਨੂੰ ਚਾਲੂ ਕਰੋ ਤਾਂ ਜੋ ਤੁਸੀਂ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖ ਸਕੋ। ਦੇਖਣ ਲਈ ਧੰਨਵਾਦ ਅਤੇ ਅਗਲੀ ਵਾਰ ਮਿਲਾਂਗੇ।